ਹੁਣ ਕਹਿੰਦੇ ਇੰਟਰਸਟ ਰੇਟ ਬਹੁਤ ਘਟੇ ਆ ਇਸ ਵੇਲੇ, ਇਹਦੇ ਨਾਲ ਲੋਕ ਮੌਰਗੇਜਾਂ ਦੁਬਾਰਾ ਕਰਾ ਰਹੇ ਆ। ਇਹਦਾ ਕੀ ਚੱਕਰ ਹੁੰਦਾ ਤੇ ਕੀ ਹਿਸਾਬ ਹੁੰਦਾ ਜੀ? ਬੈਂਕਸ ਦੇ ਰੇਟ ਜੇ ਤੁਸੀਂ ਵੇਰੀਏਬਲ ਦੀ ਗੱਲ ਕਰਦੇ ਹੋ, ਵੇਰੀਏਬਲ ਕਲੋਜ਼ ਦੀ ਗੱਲ ਕਰਦੇ ਹੋ, ਪ੍ਰਾਈਮ ਮਾਈਨਸ ਚੱਲਦੇ ਪਏ ਨੇ। ਕੋਈ ਪ੍ਰਾਈਮ -66 ਦਿੰਦਾ, ਕੋਈ ਪ੍ਰਾਈਮ -70 ਦਿੰਦਾ, ਡਿਪੈਂਡਸ। ਰਾਈਟ ਨੋ ਜਿਹੜਾ ਇਹ ਸਟ੍ਰੈਸ ਟੈਸਟ ਹੈਗਾ ਬੈਂਕਸ ਤੇ, ਬਟ ਕ੍ਰੈਡਿਟ ਯੂਨੀਅਨ ਵੀ ਥੋੜਾ ਹਾਇਰ ਰੇਟ ਤੇ ਕੁਆਲੀਫਾਈ ਕਰਦੀਆਂ ਨੇ। ਪ੍ਰੈਡਿਕਸ਼ਨ ਹੈਗੀ ਹੈ ਕਿ ਲਗਭਗ ਡਿਸੀਜਨ ਹੀ ਹੈ ਇਹ ਕਿ ਜੂਨ 1 ਤੋਂ ਜਿਹੜਾ ਸਟ੍ਰੈਸ ਟੈਸਟ ਹੈ ਉਹ ਹੁਣ ਰਾਈਟ ਨੋ 4.79 ਤੇ ਕੁਆਲੀਫਾਈ ਕਰਦਾ। ਤਿੰਨ ਚੀਜ਼ਾਂ ਉਹਦੇ ਤੇ ਇਫੈਕਟ ਕਰਦੀਆਂ ਨੇ। ਫਿਰ ਉਹਦਾ ਰੇਟ ਹੈ ਜਿਹੜਾ ਉਹ ਨੈਗੋਸ਼ੀਏਬਲ ਹੈ, ਉਹਨੂੰ ਨੈਗੋਸ਼ੀਏਟ ਕਰਦੇ ਨੇ। ਸੈਕੰਡ ਪਰਸਨ ਉਹਦੀ ਕ੍ਰੈਡਿਟ ਕਮਜ਼ੋਰ ਹੈਗਾ, ਉਹਦਾ ਉਸ ਇੰਸਟੀਟਿਊਸ਼ਨ ਦੇ ਨਾਲ ਰਿਲੇਸ਼ਨ ਵੀ ਹੈ ਨਹੀਂ ਇੰਨਾ, ਪਲੱਸ ਉਹਦੀ ਇਨਕਮ ਸਟੇਬਿਲਿਟੀ ਨਹੀਂ ਹੈਗੀ। ਫਿਕਸ ਮੌਰਗੇਜ ਲੈ ਲਈ 3 ਸਾਲ ਦੀ, ਅੱਜ ਤੋਂ ਸਾਲ ਪਹਿਲਾਂ, ਠੀਕ ਹੈ। ਹੁਣ ਰੇਟ ਘਟ ਗਏ, ਮੈਨੂੰ ਉਦੋਂ ਰੇਟ ਜ਼ਿਆਦਾ ਸੀ, ਮੈਂ ਅੱਜ ਚਾਹੁੰਦਾ ਵੀ ਮੇਰਾ ਰੇਟ ਘਟ ਜਾਵੇ। ਉਹਦੇ ਦੋ ਤਰੀਕੇ ਨੇ। ਪਹਿਲਾਂ ਤਾਂ ਉਹ ਬੈਂਕ ਕੋਲੇ ਜਾਵੇ ਜਿਹਦੇ ਕੋਲ ਮੌਰਗੇਜ ਆਉਂਦੀ, ਉਹਨੂੰ ਕਹੇ ਵੀ ਮੈਨੂੰ ਤੁਸੀਂ ਜੀ ਰੇਟ ਮੇਰਾ ਘੱਟ ਕਿਵੇਂ ਹੋ ਸਕਦਾ। ਸੋ ਦੇਰ ਇਜ਼ ਦ ਆਪਸ਼ਨ ਕਾਲਡ ਬਲੈਂਡ, ਹੈ ਨਾ, ਰੇਟ ਬਲੈਂਡ। ਜਿਹੜਾ ਕ੍ਰੈਡਿਟ ਸਕੋਰ ਉਹ ਥੋੜ੍ਹਾ ਘੱਟ ਹੋਏਗਾ ਵਿਜ਼ ਪਰਸਨ ਏ ਦਾ, ਜਿਹਦੀ ਮੌਰਗੇਜ ਤੇ ਕਿਉਂਕਿ ਉਹਦੀ ਪੇਮੈਂਟਸ, ਉਹਦੀ ਟਰਮ ਦੀ ਹੈ, ਜਿਹੜੀ ਸਰਵਿਸਿੰਗ ਐਗਰੀਮੈਂਟ ਆ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਨਾਲ ਵੀ ਕਿਵੇਂ ਤੂੰ ਸਰਵ ਕਰਨੀ ਆ ਆਪਦੀ ਡੈਟ ਨੂੰ, ਉਹਦਾ ਕ੍ਰੈਡਿਟ ਸਕੋਰ ਜ਼ਿਆਦਾ ਹੋਏਗਾ। ਸੋ ਇਹ ਹੁਣ ਅੱਛਾ, ਹੁਣ ਆਪਣੇ ਕ੍ਰੈਡਿਟ ਸਕੋਰ ਤੇ ਕੀ ਹੈ ਜੀ? ਤੁਸੀਂ ਸਪੋਜ਼ ਕੋਈ ਟੈਲੀਫੋਨ ਲਿਆ, ਬੈਲ ਮੋਬਿਲਿਟੀ ਜਾਂ ਟੈਲਸ ਜਾਂ ਰੋਜਰ ਵਟਐਵਰ, ਰਾਈਟ, ਫਾਈਡੋ, ਉਹ ਵੀ ਉਹਦੇ ਤੇ ਬਿਹੇਵੀਅਰ ਆਉਂਦਾ, ਤੁਸੀਂ ਕਿਸੇ ਦੀ ਪੇਮੈਂਟ ਨਹੀਂ ਕੀਤੀ। ਦਰਸ਼ਕਾਂ ਦਾ ਫਰੰਟਲਾਈਨ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਅਸੀਂ ਸਵਾਗਤ ਕਰਦੇ ਹਾਂ। ਦੋਸਤੋ, ਜਿੱਦਾਂ ਪਹਿਲੇ ਹਿੱਸੇ ਵਿੱਚ ਆਪਾਂ ਜ਼ਿਕਰ ਕੀਤਾ ਸੀ, ਆਪਾਂ ਅੱਜ ਗੱਲਬਾਤ ਕਰਨੀ ਹੈ ਸਰਦਾਰ ਕੁਲਦੀਪ ਸਿੰਘ ਸਿੱਧੂ ਹੋਣਾ ਨਾਲ, ਖਾਲਸਾ ਕ੍ਰੈਡਿਟ ਯੂਨੀਅਨ ਤੋਂ। ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਮੌਰਗੇਜ ਸੰਬੰਧੀ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਸਾਨੂੰ ਦੱਸਿਓ ਵੀ ਹੁਣ ਕਹਿੰਦੇ ਇੰਟਰਸਟ ਰੇਟ ਬਹੁਤ ਘਟੇ ਆ ਇਸ ਵੇਲੇ, ਇਹਦੇ ਨਾਲ ਲੋਕ ਮੌਰਗੇਜਾਂ ਦੁਬਾਰਾ ਕਰਾ ਰਹੇ ਆ। ਇਹਦਾ ਕੀ ਚੱਕਰ ਹੁੰਦਾ ਤੇ ਕੀ ਹਿਸਾਬ ਹੁੰਦਾ ਜੀ? ਹਾਂ, ਸਭ ਤੋਂ ਪਹਿਲਾਂ ਤਾਂ ਜੀ ਚੈਨਲ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਨੂੰ ਵਾਹਿ ਖਾਲਸਾ ਵਾਹਿ ਫਤਿਹ। ਸੋ ਇਹ ਵਧੀਆ ਤੁਸੀਂ ਕੁਐਸਚਨ ਹੈ ਜਿਹੜਾ ਪੁੱਟ ਕੀਤਾ ਜੀ ਰਿਗਾਰਡਿੰਗ ਕਿ ਇੰਟਰਸਟ ਰੇਟ ਦੇਖੋ ਹਿਸਟੋਰੀਕਲੀ ਲੋ ਹੈ ਰਾਈਟ ਨਾਓ ਬਿਕੋਜ਼ ਆਫ ਦਾ ਕੋਵਿਡ ਪੈਂਡੈਮਿਕ ਸਿਨੈਰੀਓ। ਓਵਰਆਲ ਐਕਟੀਵਿਟੀਜ਼ ਤੇ ਬੈਂਕ ਆਫ ਕੈਨੇਡਾ ਦਾ ਜਿਹੜਾ ਰੇਟ ਹੈਗਾ ਉਹ 0.25 ਤੇ ਉਹਨਾਂ ਨੇ ਹੁਣ ਜਿਹੜੀ ਕੱਲ੍ਹ ਵੀ ਮੀਟਿੰਗ ਹੋਈ ਸੀ ਉਹਨਾਂ ਨੇ ਸਟੇਬਲ ਰੱਖਿਆ। ਸੋ ਮੀਨਿੰਗ ਦੇਅਰ ਬਾਈ ਉਹਨਾਂ ਨੇ ਕੋਈ ਇਨਕਰੀਜ਼ ਨਹੀਂ ਕੀਤੀ। ਬੈਂਕਸ ਦੇ ਰੇਟ ਜੇ ਤੁਸੀਂ ਵੇਰੀਏਬਲ ਦੀ ਗੱਲ ਕਰਦੇ ਹੋ, ਵੇਰੀਏਬਲ ਕਲੋਜ਼ ਦੀ ਗੱਲ ਕਰਦੇ ਹੋ, ਪ੍ਰਾਈਮ ਮਾਈਨਸ ਚੱਲਦੇ ਪਏ ਨੇ। ਕੋਈ ਪ੍ਰਾਈਮ -66 ਦਿੰਦਾ, ਕੋਈ ਪ੍ਰਾਈਮ -70 ਦਿੰਦਾ, ਡਿਪੈਂਡਸ, ਰਾਈਟ। ਸੋ ਕੋਈ 3 ਈਅਰ ਦਾ, ਕੋਈ 5 ਈਅਰ ਦਾ ਵੇਰੀਏਬਲ ਕਲੋਜ਼ਡ ਮੌਰਗੇਜਸ ਨੇ, ਹੈ ਨਾ। ਪਰ ਇਹ ਡਿਪੈਂਡ ਕਰਦਾ, ਯੂ ਹੈਵ ਟੂ ਲੁੱਕ ਇਨ ਟੂ ਨਾਟ ਓਨਲੀ ਲਾਈਕ ਜੇ ਹੁਣ ਉਹ ਅਗਲਾ ਕੋਈ ਵੀ ਬੈਂਕ, ਕੋਈ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਕ੍ਰੈਡਿਟ ਯੂਨੀਅਨ ਤੁਹਾਨੂੰ ਕਹਿੰਦਾ ਕਿ ਓਕੇ ਜੀ ਪ੍ਰਾਈਮ -60, ਸੋ 2.45 -60, right, that actually the rate is, it's not 1 point something, ਉਹ ਰੇਟ ਹੈ। ਉਹ ਹੁੰਦਾ ਕੀ ਆ, ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦਾ। ਕੱਲ੍ਹ ਨੂੰ ਮੇਬੀ ਡਾਊਨ ਦਾ ਲਾਈਨ 6 ਮੰਥ, 7 ਮੰਥ, 1.5 ਈਅਰ ਜਦੋਂ ਪ੍ਰਾਈਮ ਰੇਟ ਵੱਧ ਗਿਆ ਤਾਂ ਉਹ ਰੇਟ ਨੇ ਵੀ ਆਟੋਮੈਟਿਕਲੀ ਵੱਧ ਜਾਣਾ। ਜੇ ਪ੍ਰਾਈਮ ਘਟ ਗਿਆ ਤਾਂ ਉਹਨੇ ਘਟ ਜਾਣਾ। ਸੋ ਇਟਸ ਨੋਟ ਲਾਈਕ ਕਿ 3 ਸਾਲ ਦੇ ਲਈ ਤੁਹਾਨੂੰ ਵੇਰੀਏਬਲ ਕਲੋਜ਼ਡ ਹੈ ਜਿਹੜਾ ਉਹ 1 point something ਹੀ ਮਿਲੂਗਾ, ਵਾਟਐਵਰ। ਕੋਈ 1.45 ਦੇ ਰਿਹਾ, ਕੋਈ 6-7 ਦੇ ਰਿਹਾ, ਕੋਈ 1.79 ਦੇ ਰਿਹਾ, ਹੈ ਨਾ। ਸੋ ਉਹ ਪ੍ਰਾਈਮ ਦੇ ਨਾਲ ਲਿੰਕ ਹੈ। ਦੈਟਸ ਵਾਈ ਬੈਂਕਸ ਰਾਈਟ ਨਾਓ ਦੇ ਵਾਂਟ ਟੂ ਅਟਰੈਕਟ ਦ ਮੈਂਬਰਸ ਔਰ ਦ ਪਬਲਿਕ ਔਰ ਦ ਕਲਾਇੰਟਸ ਸੋ ਦੈਟ ਉਹ ਵੇਰੀਏਬਲ ਲੈਣ, ਠੀਕ ਹੈ ਜੀ। ਉਹ ਤਾਂ ਕਰਕੇ ਉਹਦੇ ਨਾਲ ਲਿਖਾ। ਹੁਣ ਜਿੱਥੋਂ ਤੱਕ ਤੁਸੀਂ ਕਹੇ ਰੀਫਾਈਨਾਂਸ ਮੌਰਗੇਜਸ 'ਤੇ, ਹੈ ਨਾ, ਦੇਖੋ ਰੀਫਾਈਨਾਂਸ ਕੋਈ ਵੀ ਲੈ ਸਕਦਾ, ਕੋਈ ਵੀ ਆਪਦੀ ਪ੍ਰੋਪਰਟੀ ਨੂੰ, ਜੇ ਉਹਦੇ ਵਿੱਚ ਉਹਦੀ ਇਕੁਇਟੀ ਵੱਧਦੀ ਆ, ਪ੍ਰੋਵਾਈਡਡ ਉਹ ਕੁਆਲੀਫਾਈ ਕਰਦਾ, ਠੀਕ ਹੈ। ਉਹ ਬਿਕੋਜ਼ ਰਾਈਟ ਨੋ ਜਿਹੜਾ ਇਹ ਸਟ੍ਰੈਸ ਟੈਸਟ ਹੈਗਾ ਬੈਂਕਸ ਤੇ, ਬਟ ਕ੍ਰੈਡਿਟ ਯੂਨੀਅਨ ਵੀ ਥੋੜ੍ਹਾ ਹਾਇਰ ਰੇਟ ਤੇ ਕੁਆਲੀਫਾਈ ਕਰਦੀਆਂ ਨੇ। ਪ੍ਰੈਡਿਕਸ਼ਨ ਹੈਗੀ ਹੈ ਕਿ ਲਗਭਗ ਡਿਸੀਜਨ ਹੀ ਹੈ ਇਹ ਕਿ ਜੂਨ 1 ਤੋਂ ਜਿਹੜਾ ਸਟ੍ਰੈਸ ਟੈਸਟ ਹੈ ਉਹ ਹੁਣ ਰਾਈਟ ਨੋ 4.79 ਤੇ ਕੁਆਲੀਫਾਈ ਕਰਦੇ ਨੇ, ਠੀਕ ਹੈ। ਮਤਲਬ ਕਿ ਤੁਸੀਂ ਅਗਰ ਮੌਰਗੇਜ ਲੈਣੀ ਹੈ ਤਾਂ ਅਸੀਂ ਜੋ ਵੀ ਬੈਂਕਸ ਨੇ ਉਹ ਤੁਹਾਡੀਆਂ ਜਿਹੜੀਆਂ ਜੋ ਤੁਹਾਨੂੰ ਕੁਆਲੀਫਾਈ ਕਰਨਗੇ, ਉਹ ਤੁਹਾਡੀ ਇੰਸਟਾਲਮੈਂਟ ਬਣਾਏਗੀ, ਉਹ 4.75 ਤੇ ਤੁਹਾਡੀ ਇੰਸਟਾਲਮੈਂਟ ਲੈ ਕੇ ਫਿਰ ਤੁਹਾਡੀ ਇਨਕਮ ਨੂੰ GDS TDS ਕੁਆਲੀਫਾਈ ਕਰਨਗੇ। ਸਟਾਰਟਿੰਗ ਜੂਨ ਇਟ ਮੇ ਗੋ ਟੂ 5.25। ਸੋ ਉਹਦੇ ਨਾਲ ਕੀ ਹੋਣਾ ਕਿ ਤੁਹਾਡੀ ਜਿਹੜੀ ਇੰਸਟਾਲਮੈਂਟ ਕੁਆਲੀਫਿਕੇਸ਼ਨ ਦੇ ਲਈ ਲੈਣੀ ਆ ਉਹ ਵੱਧ ਜਾਣੀ ਆ। ਸੋ ਤੁਹਾਨੂੰ ਇਨਕਮ 'ਤੇ ਥੋੜ੍ਹਾ ਕੁਆਲੀਫਾਈ ਕਰਨਾ, ਇਫ ਯੂਰ ਇਨਕਮ ਇਜ਼ ਐਕਸਲੈਂਟ, ਨੋ ਪ੍ਰੋਬਲਮ,
ਰਾਈਟ। ਜੇ ਤੁਹਾਡਾ GDS TDS ਵਿੱਚ ਮੈਚ ਕਰਦੇ ਹੋ ਤੁਸੀਂ ਹੈ ਨਾ 35-42%, ਰਾਈਟ, ਫਿਰ ਉਹ ਈਜ਼ੀ ਹੋ ਜਾਂਦੀ ਆ। ਸੋ ਇਟ ਡਿਪੈਂਡਸ ਟੋਟਲੀ। ਇਹ ਕੋਈ ਵੀ ਕਾਂਟ ਸੇ ਕਿ ਜੀ ਇਹ ਹਰ ਇੱਕ ਨੂੰ ਮਿਲ ਜੇਗੀ ਰੀਫਾਈਨਾਂਸ ਆ, ਜੇ ਉਹ ਕੁਆਲੀਫਾਈ ਕਰਦਾ ਤਾਂ ਕਿਉਂ ਨਹੀਂ। ਸਿੱਧੂ ਸਾਹਿਬ, ਮੰਨ ਲਓ ਮੈਂ ਘਰ ਲਿਆ ਸੀ 3 ਸਾਲ ਪਹਿਲਾਂ ਮਿਲੀਅਨ ਦਾ ਜਾਂ 8 ਲੱਖ ਦਾ। 8 ਲੱਖ ਦਾ ਮੈਂ ਘਰ ਗਿਆ ਸੀ, ਉਹਦੀ ਕੀਮਤ ਹੁਣ 11 ਲੱਖ ਹੋ ਗਈ ਹੈ ਇਸ ਵੇਲੇ। ਮੈਨੂੰ ਲੱਗਦਾ ਵੀ ਮੈਨੂੰ ਉਹਦੇ ਵਿੱਚ 2 ਲੱਖ ਹੋਰ ਲੋਨ ਦੇ ਦਿਓ। ਕੀ ਮੈਨੂੰ ਨਵੀਂ ਮੌਰਗੇਜ ਵਾਂਗੂ ਅਪਲਾਈ ਕਰਨਾ ਪਊਗਾ, ਜਾਂ ਕਿਉਂਕਿ ਮੇਰਾ ਘਰ ਹੀ 11 ਲੱਖ ਦਾ ਹੋ ਗਿਆ ਪਹਿਲਾਂ ਜਿਹੜਾ 8 ਲੱਖ ਦਾ ਸੀ, ਮੈਨੂੰ ਉਹਦੇ 'ਚ 2 ਲੱਖ ਲੋਨ ਦੇ ਦੋਗੇ? ਇਹ ਅਗੇਨ ਨਵੀਂ ਮੌਰਗੇਜ ਦੀ ਤਰ੍ਹਾਂ ਕੁਆਲੀਫਾਈ ਹੋਏਗਾ। ਦਿਸ ਇਜ਼ ਐਗਜ਼ੈਕਟਲੀ ਦ ਪਰਫੈਕਟ ਐਗਜ਼ਾਮਪਲ ਆਫ ਰੀਫਾਈਨਾਂਸ। ਠੀਕ ਹੈ, ਤੁਹਾਡੀ ਇਕੁਇਟੀ ਵੱਧ ਗਈ। 8 ਲੱਖ ਦਾ ਤੁਸੀਂ ਘਰ ਲਿਆ ਸੀ, ਉਹ ਅੱਜ ਉਹਦੀ ਮਾਰਕੀਟ ਵੈਲਿਊ 11 ਲੱਖ ਹੈ। ਅਗਰ ਅਪਰੇਜ਼ਲ ਉਹਦੀ ਵੈਲਿਊ 11 ਲੱਖ ਦਿੰਦਾ, ਦੈਨ ਵੀ ਕੁਆਲੀਫਾਈ। ਤੁਹਾਨੂੰ ਜਿੰਨੀ ਤੁਹਾਡੀ ਪਹਿਲੀ ਮੌਰਗੇਜ ਸੀ, ਈਦਰ ਯੂ ਗੋਨਾ ਗੈਟ 75% ਆਫ ਦਾ ਲੋਨ ਟੂ ਵੈਲਿਊ ਔਰ ਯੂ ਗੋਨਾ ਗੈਟ 80% ਆਫ ਦਾ ਲੋਨ ਟੂ ਵੈਲਿਊ ਔਰ ਵਟ ਐਵਰ ਯੂ ਵਿਲ ਕੁਆਲੀਫਾਈ। ਇਟਸ ਇੰਟਾਇਰਲੀ ਡਿਪੈਂਡਸ ਔਨ ਯੂਰ ਇਨਕਮ ਕਿ ਤੁਸੀਂ ਤੁਹਾਡੀ ਇਨਕਮ ਕਿੰਨੀ ਆ। ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤਾਂ ਫॉर श्योर ਯੂ ਵਿਲ ਗੈਟ दैट ਮੌਰਗੇਜ। ਮਤਲਬ ਜਿਵੇਂ ਉਹ 5 ਸਾਲ ਪਹਿਲਾਂ ਲਏ ਸੀ, ਉਹਦੀਆਂ ਪੇਮੈਂਟਾਂ ਵੀ ਮੈਂ ਲਾ ਦਿੱਤੀਆਂ, ਫਿਰ ਵੀ ਮੈਨੂੰ ਇਨਕਮ ਚਾਹੀਦੀ ਆ। 101% ਤੁਹਾਨੂੰ ਇਨਕਮ ਚਾਹੀਦੀ ਹੈ। 2 ਬੰਦੇ ਤੁਹਾਡੇ ਕੋਲ ਮੰਨ ਲਓ ਆ ਗਏ ਲੈਣ, ਅੱਜ ਮਿਲੀਅਨ ਦਾ ਉਹਨੇ ਜਾਂ ਘਰ ਲੈਣਾ ਆ, ਉਹਨਾਂ ਨੇ ਮੌਰਗੇਜ ਲੈਣ ਆ ਗਏ। ਇੱਕ ਨੂੰ ਰੇਟ ਵੱਖਰਾ ਮਿਲ ਰਿਹਾ, ਦੂਜੇ ਨੂੰ ਰੇਟ ਵੱਖਰਾ ਮਿਲ ਰਿਹਾ। ਇੱਕ ਨੂੰ ਮਹਿੰਗੀ ਮਿਲ ਰਹੀ ਹੈ, ਦੂਜੇ ਨੂੰ ਸਸਤੀ ਮਿਲ ਰਹੀ ਹੈ। ਇਹ ਕਿਉਂ? ਅੱਜ ਸੇਮ ਡੇਟਾਂ ਦੇ ਵਿੱਚ ਹੀ ਦੇਖੋ, ਇਹਦੇ ਵਿੱਚ ਨਾ ਜੀ ਕੋਈ ਵੀ ਇੰਸਟੀਟਿਊਸ਼ਨ ਹੈ ਨਾ, ਜਦੋਂ ਉਹਨਾਂ ਨੇ ਮੌਰਗੇਜ ਦੇਣੀ ਆ, ਉਹਨੇ ਤੁਹਾਡੀ ਕ੍ਰੈਡਿਟ ਚੈੱਕ ਕਰਨਾ। ਠੀਕ ਹੈ, ਕ੍ਰੈਡਿਟ ਸਕੋਰ ਚੈੱਕ ਕਰਨਾ। ਹੁਣ ਉਹ ਜਿਹੜੀ ਤੁਸੀਂ ਐਗਜ਼ਾਮਪਲ ਲਈ ਆ, ਹੋ ਸਕਦਾ ਇੱਕ ਬੰਦੇ ਦਾ ਕ੍ਰੈਡਿਟ ਸਕੋਰ ਵਾਕਈ ਐਕਸਲੈਂਟ ਹੋਵੇ। ਠੀਕ ਹੈ, ਲਾਈਕ ਨੋ ਡੈਲੀਕੁਐਂਸੀ। ਕ੍ਰੈਡਿਟ ਸਕੋਰ ਕੀ ਆ? ਇਹ ਤੁਹਾਡਾ ਫਾਈਨੈਂਸ਼ੀਅਲ ਬਿਹੇਵੀਅਰ ਹੈ ਕਿ ਹਾਊ ਯੂ ਬਿਹੇਵ। ਤੁਸੀਂ ਪੇਮੈਂਟਸ ਟਾਈਮਲੀ ਕਰਦੇ ਹੋ, ਤੁਹਾਡਾ ਬਿਹੇਵੀਅਰ ਟੂਵਰਡ ਯੂਰ ਕੰਟਰੋਲਿੰਗ ਯੂਰ ਫਾਈਨਾਂਸਿਸ, ਰਾਈਟ। ਸੋ ਇੱਕ ਬੰਦਾ ਉਹ ਜਿਹਦਾ ਬੈਡ ਬੀਕਨ ਸਕੋਰ ਹੈ, ਉਹਦੀ ਪੇਮੈਂਟ ਹਿਸਟਰੀ ਠੀਕ ਨਹੀਂ। ਸੋ ਬੈਂਕ ਦਾ ਰਿਸਕ ਉੱਥੇ ਵੱਧ ਜਾਂਦਾ। ਹੁਣ ਇੱਕ ਤਾਂ ਸੋਨਾ, ਇੱਕ ਚਾਂਦੀ ਹੈ, ਸਿੰਪਲ। ਲਾਈਕ ਇੱਕ ਬੰਦੇ ਦਾ ਕ੍ਰੈਡਿਟ ਸਕੋਰ ਤਾਂ ਬਿਲਕੁਲ ਪਰਫੈਕਟ ਆ, ਉਹਦੀ ਕਦੇ ਕੋਈ ਡਿਲੇ ਨਹੀਂ, ਕਦੇ ਕੋਈ ਡੈਲੀਕੁਐਂਸੀ ਨਹੀਂ। ਮੌਰਗੇਜ ਦੀ ਪੇਮੈਂਟਸ, ਕ੍ਰੈਡਿਟ ਕਾਰਡ ਦੀ ਪੇਮੈਂਟਸ, ਲਾਈਨ ਆਫ ਕ੍ਰੈਡਿਟ ਦੀ ਔਨ ਟਾਈਮ, ਹੈਜ਼ ਏ ਗੁੱਡ ਇਨਕਮ, ਹੈਜ਼ ਏ ਗੁੱਡ ਰਿਲੇਸ਼ਨ ਵਿਦ ਦ ਬੈਂਕ ਆਲਸੋ। ਸੋ 3 ਚੀਜ਼ਾਂ ਉਹਦੇ 'ਤੇ ਇਫੈਕਟ ਕਰਦੀਆਂ ਨੇ। ਫਿਰ ਉਹਦਾ ਰੇਟ ਹੈ ਜਿਹੜਾ ਉਹ ਨੈਗੋਸ਼ੀਏਬਲ ਹੈ, ਉਹਨੂੰ ਨੈਗੋਸ਼ੀਏਟ ਕਰਦੇ ਨੇ। ਸੈਕੰਡ ਪਰਸਨ, ਉਹਦੀ ਕ੍ਰੈਡਿਟ ਕਮਜ਼ੋਰ ਹੈਗਾ, ਉਹਦਾ ਉਸ ਇੰਸਟੀਟਿਊਸ਼ਨ ਦੇ ਨਾਲ ਰਿਲੇਸ਼ਨ ਵੀ ਹੈ ਨਹੀਂ ਇੰਨਾ, ਪਲੱਸ ਉਹਦੀ ਇਨਕਮ ਸਟੇਬਿਲਿਟੀ ਨਹੀਂ ਹੈਗੀ। ਸੋ ਉਹਨੂੰ ਰੇਟ ਆਲਵੇਜ਼ ਜ਼ਿਆਦਾ ਲੱਗੇਗਾ ਐਜ਼ ਕੰਪੇਅਰ ਟੂ ਐਗਜ਼ਾਮਪਲ ਏ। ਅਤੇ ਜਿਹੜੀ ਮੈਂ ਪਹਿਲੀ ਐਗਜ਼ਾਮਪਲ ਲਈ ਆ ਕਿ 8 ਲੱਖ ਦਾ ਘਰ ਸੀ, ਉਹਦੇ 'ਚ ਹੁਣ 11 ਲੱਖ ਦਾ ਹੋ ਗਿਆ। 2 ਲੱਖ ਦੀ ਮੈਨੂੰ ਲਾਈਨ ਆਫ ਕ੍ਰੈਡਿਟ ਬਿਨਾਂ ਇਨਕਮ ਤੋਂ ਮਿਲ ਸਕਦੀ ਆ? ਬਿਲਕੁਲ ਨਹੀਂ ਜੀ, ਉਹ ਕੁਆਲੀਫਾਈ ਕਰਕੇ ਲੈਣੀ ਪੈਣੀ ਹੈ। ਤੁਹਾਨੂੰ ਕੁਆਲੀਫਾਈ ਕਰਨਾ ਪੈਣਾ। ਮੀਨਿੰਗ ਦੇਅਰ ਬਾਏ ਘਰ ਦੀ ਕੀਮਤ ਨਾਲ ਕੋਈ ਮਤਲਬ ਨਹੀਂ। ਘਰ ਦੀ ਕੀਮਤ ਭਾਵੇਂ 2 ਮਿਲੀਅਨ ਹੋ ਜਾਵੇ, ਇਟ ਡਿਪੈਂਡਸ ਹਾਊ ਮਚ ਯੂ ਆਰ ਗੋਨਾ ਕੁਆਲੀਫਾਈ ਬੇਸਡ ਅਪੋਨ ਯੂਰ ਇਨਕਮ। ਲਾਈਨ ਆਫ ਕ੍ਰੈਡਿਟ ਲੈਣ ਦੇ ਲਈ ਵੀ ਸਾਨੂੰ ਹਾਈ ਰੇਸ਼ੀਓ 'ਤੇ ਕੁਆਲੀਫਾਈ ਕਰਨਾ ਪੈਂਦਾ, ਹਾਈ ਰੇਟ 'ਤੇ ਕੁਆਲੀਫਾਈ ਕਰਨੀ ਪੈਂਦੀ ਆ ਜੇ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ ਲੈਣੀ ਆ। ਬਟ ਅਗੇਨ ਇਟਸ ਆਲ ਟੂਗੈਦਰ ਨਿਊ ਪ੍ਰੋਸੈਸ, ਅਤੇ ਇਹ ਇੰਟਾਇਰਲੀ ਡਿਪੈਂਡਸ ਔਨ ਯੂਰ ਇਨਕਮ। ਘਰ ਦੀ ਵੈਲਿਊ ਜਿੰਨੀ ਮਰਜ਼ੀ ਵੱਧ ਜਾਵੇ, ਜੋ ਤੁਹਾਡੀ ਇਨਕਮ ਦੇ ਨਾਲ ਕੁਆਲੀਫਿਕੇਸ਼ਨ 'ਚ ਤੁਸੀਂ ਲੈਣਾ, ਤਾਂ ਤੁਸੀਂ ਉਹਨੂੰ ਕੁਆਲੀਫਾਈ ਕਰਕੇ ਹੀ ਲੈ ਸਕਦੇ ਹੋ। ਹਾਂ, ਕਈ ਫਾਈਨੈਂਸ਼ੀਅਲ ਆਰਗੇਨਾਈਜੇਸ਼ਨਸ ਦੇ ਵਿੱਚ, ਕਈ ਕ੍ਰੈਡਿਟ ਯੂਨੀਅਨ ਦੇ ਵਿੱਚ ਇਕੁਇਟੀ ਮੌਰਗੇਜ ਦਾ ਪ੍ਰੋਡਕਟ ਵੀ ਹੁੰਦਾ, ਪਰ ਉਹਦੀ ਜਿਹੜੀ ਰੇਸ਼ੋ ਆ ਉਹ ਬਹੁਤ ਘੱਟ ਹੁੰਦੀ ਹੈ। ਸਪੋਜ਼ ਉਹਦੇ ਵਿੱਚ ਜਿਹੜੀ ਲੋਨ ਟੂ ਵੈਲਿਊ ਮਿਲਦੀ ਹੈ, ਜੇ ਤੁਹਾਡਾ ਮਿਲੀਅਨ ਦਾ ਘਰ ਆ ਤਾਂ ਤੁਹਾਨੂੰ ਮੈਕਸੀਮਮ ਸੇ ਜੇ ਪ੍ਰਿੰਸੀਪਲ ਰੈਜ਼ੀਡੈਂਸ ਆ ਤਾਂ 7 ਲੱਖ ਹੀ ਮਿਲ ਸਕਦਾ, ਤਾਂ 70% ਤੋਂ ਵੱਧ ਨਹੀਂ ਜਾਂਦੇ, ਕਈ 60% ਤੋਂ ਵੱਧ ਨਹੀਂ ਜਾਂਦੇ। ਠੀਕ ਹੈ, ਉਹਦੇ ਵਿੱਚ ਬਟ ਅਗੇਨ ਇਨਕਮ ਆਲਵੇਜ਼ ਕਾਊਂਟ। ਇਹ ਨਹੀਂ ਕਿ ਮੇਰੀ ਇਨਕਮ ਹੀ ਨਹੀਂ ਹੈਗੀ ਅਤੇ ਘਰ ਮੇਰੇ ਕੋਲ 2 ਮਿਲੀਅਨ ਦਾ ਹੈਗਾ ਅਤੇ ਮੈਨੂੰ ਮਿਲੀਅਨ ਮਿਲ ਜਾਏਗਾ। ਨੋ, ਐਟਲੀਸਟ ਬੈਂਕ ਨੇ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਜਾਂ ਕ੍ਰੈਡਿਟ ਯੂਨੀਅਨ ਨੇ ਇਹ ਚੀਜ਼ ਦੇਖਣੀ ਆ ਕਿ ਓਕੇ, ਮੈਂ ਤੈਨੂੰ $1 ਮਿਲੀਅਨ ਦੇ ਰਿਹਾ ਮੌਰਗੇਜ, ਉਹਦੀ ਸਪੋਜ਼ 4500 ਕਿਸ਼ਤ ਬਣਦੀ ਆ, ਤਾਂ ਐਟਲੀਸਟ ਤੇਰੇ ਕੋਲ $5000 ਮੰਥਲੀ ਇਨਕਮ ਤਾਂ ਹੋਵੇ ਨਾ, ਤਾਂ ਕਿ ਤੂੰ ਸਰਵ ਕਰ ਸਕੇ, ਰਾਈਟ। ਸੋ income qualification is entirely, whether it's a refinance or the new, it's again we need the income. ਜੇ ਮੰਨ ਲਓ ਮੈਂ ਘਰ ਲੈਣਾ ਆ, ਮੇਰੇ ਕੋਲ ਇੱਕ ਘਰ ਹੈਗਾ ਆ,
ਮੈਂ ਕਹਿੰਦਾ ਮੈਂ ਦੂਜਾ ਘਰ ਲੈਣਾ, ਲੈ ਕੇ ਮੈਂ ਰੈਂਟ ਤੇ ਦੇ ਦੇਣਾ, ਤੇ ਮੰਨ ਲਓ ਮੈਂ ਉਹਨੂੰ ਕਹਿੰਦਾ ਵੀ ਉਹ $6000 ਰੈਂਟ ਤੇ ਚੜ੍ਹ ਗਿਆ, ਤੇ ਉਹ ਮੇਰੀ ਇਨਕਮ ਲੈ ਕੇ ਮੈਂ ਉਹਦੇ ਨਾਲ ਘਰ ਲੈ ਸਕਦਾ? ਯੈਸ। ਹੁਣ ਦੇਖੋ ਜਿਹੜੀ ਰੈਂਟਲ ਇਨਕਮ ਹੈ ਨਾ, ਉਹਦੇ ਦੋ ਸਿਨੈਰੀਓ ਨੇ। ਇੱਕ ਤਾਂ ਹੈਗੀ ਐਗਜ਼ਿਸਟਿੰਗ ਰੈਂਟਲ ਇਨਕਮ, ਤੁਹਾਡਾ ਘਰ ਹੈ, ਤੁਸੀਂ ਉਹਦੇ ਵਿੱਚ ਰਹਿ ਰਹੇ ਹੋ, ਉਹਦੇ ਵਿੱਚ ਬੇਸਮੈਂਟ ਹੈ, ਠੀਕ ਹੈ, ਉਹ 'ਚ ਤੁਹਾਨੂੰ ਇਨਕਮ ਆਉਂਦੀ ਆ, ਰੈਂਟ ਆਉਂਦਾ ਉਹਦੇ ਵਿੱਚੋਂ, ਠੀਕ ਹੈ। ਜੇ ਤੁਸੀਂ ਉਹਨੂੰ ਟੈਕਸ ਦੇ ਵਿੱਚ ਡਿਕਲੇਅਰ ਕਰਦੇ ਹੋ, ਠੀਕ ਹੈ, ਵੀ ਮੈਨੂੰ ਇੰਨੀ ਇਨਕਮ ਰੈਂਟ 'ਚ ਆਉਂਦੀ, ਆਪਦੇ ਖਰਚੇ ਪਾਉਣੇ, ਜੋ ਵੀ ਵਾਟ ਐਵਰ, ਰਾਈਟ, ਉਹ ਇਨਕਮ ਬੈਂਕਸ, ਕ੍ਰੈਡਿਟ ਯੂਨੀਅਨ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਲੈਂਦੀਆਂ ਨੇ। ਉਹਨੂੰ ਕਈ ਤਾਂ ਐਜ਼ ਇਨਕਮ ਲੈਂਦੀਆਂ ਨੇ, ਕਈ ਆਫਸੈਟ ਕਰਦੇ ਆ। ਇਟ ਡਿਪੈਂਡਸ ਅਪਨ ਦ ਪੋਲਿਸੀ ਆਫ ਡਿਫਰੈਂਟ। ਆਫਸੈਟ ਇਹ ਹੁੰਦਾ ਜੀ, ਸਪੋਜ਼ ਤੁਹਾਡੀ ਇੰਸਟਾਲਮੈਂਟ ਬਣਦੀ ਆ 3200, ਤੁਹਾਨੂੰ $1000 ਰੈਂਟ ਆਉਂਦਾ, ਸੋ ਸਮ ਬੈਂਕਸ ਡੂ 90%, ਸੋ 900 3200 ਚੋਂ ਘਟਾ ਕੇ ਬਾਕੀ ਉਹ ਤੁਹਾਡੀ ਐਕਚੁਅਲ 'ਚ ਕਿਸ਼ਤ ਬਣੀ, ਉਹਨੂੰ ਕੁਆਲੀਫਾਈ ਕਰਨ ਦੇ ਲਈ ਫਿਰ ਈਜ਼ੀ ਕੁਆਲੀਫਾਈ ਹੋ ਜਾਂਦਾ। ਹਾਂ, ਹੁਣ ਜਿੱਥੋਂ ਤੱਕ ਆ ਗਿਆ ਤੁਹਾਡਾ ਦੂਜਾ ਕੁਐਸਚਨ ਕਿ ਤੁਸੀਂ ਰੈਂਟਲ ਪ੍ਰੋਪਰਟੀ ਲੈਣੀ ਆ, ਹਾਂ, ਜੇ ਉਹ ਲਿਵੇਬਲ ਘਰ ਹੈ, ਰੈਂਟੇਬਲ ਘਰ ਹੈ, ਤਾਂ ਉਹ ਬੈਂਕ ਉਹਨੂੰ ਕੰਸੀਡਰ ਕਰਦੀਆਂ ਨੇ ਕਿ ਹਾਂਜੀ ਤੁਸੀਂ ਇਹ ਘਰ ਲੈਣਾ, ਅਤੇ ਇਹਦੇ ਵਿੱਚ ਅਸੀਂ ਇੰਨਾ ਤੁਹਾਨੂੰ ਰੈਂਟ ਆਉਣਾ, ਉਹ ਅਪਰੇਜ਼ਲ ਰੈਂਟਲ ਦਿੰਦੇ ਆ। ਸੋ ਬੇਸਡ ਔਨ ਡੈਟ, ਜਾਂ ਉਹਨਾਂ ਦੀ ਕੋਈ ਹਿਸਟਰੀ ਪਹਿਲਾਂ ਜੇ ਉਹ ਰੈਂਟਲ ਸੀਗੀ ਤਾਂ ਉੱਥੇ ਕਿੰਨਾ ਕੁ ਰੈਂਟ ਆਉਂਦਾ ਉਸ ਏਰੀਏ 'ਚ। ਅਪਰੇਜ਼ਲ ਆਲਵੇਜ਼ ਗਿਵ ਲਾਈਕ ਉਹ ਜਿਹੇ ਘਰ ਰਾਈਟ ਨੋ ਇਨ ਦਾ ਮਾਰਕੀਟ ਕੀ ਰੇਟ 'ਤੇ ਚੜ੍ਹੇ ਹੋਏ ਨੇ ਰੈਂਟ 'ਤੇ, ਹੈ ਨਾ, ਸੋ ਉਹ ਰੈਂਟ ਦਿੰਦੇ ਆ, ਦੈਨ ਵੀ ਆਫਸੈਟ ਅਕੋਰਡਿੰਗਲੀ। ਕਈ ਵਾਰੀ ਕਈ ਲੋਕ ਘਰ ਲੈਂਦੇ ਆ ਜਦੋਂ ਨਾ, ਉਹ ਦੱਸਦੇ ਆ ਵੀ ਘਰ ਲੈਣ ਤੋਂ ਪਹਿਲਾਂ ਜਿਹੜੀ ਉਹਦੇ ਵਿੱਚ ਬੇਸਮੈਂਟ ਆ, ਉਹਦਾ ਜਿਹੜਾ ਰੈਂਟ ਆ ਉਹ ਵੀ ਇਨਕਮ ਦੇ ਵਿੱਚ ਗਿਣਿਆ ਜਾਂਦਾ, ਤੇ ਉਹਦੇ ਨਾਲ ਸੌਖਾ ਹੋ ਜਾਂਦਾ ਆ ਮੌਰਗੇਜ ਮਿਲਣੀ। ਇਹ ਠੀਕ ਹੈ ਗੱਲ ਜੀ? ਹਾਂਜੀ। ਹੁਣ ਉਹ ਘਰ ਦੇਖੋ, ਇੱਕ ਤਾਂ ਹੈਗਾ ਪ੍ਰਿੰਸੀਪਲ ਰੈਜ਼ੀਡੈਂਸ, ਜਿਹੜੀ ਉਹਦੀ ਬੇਸਮੈਂਟ 'ਚ ਆਉਂਦਾ, ਉਹ ਜੇ ਤੁਸੀਂ ਟੈਕਸ ਡਿਕਲੇਅਰ ਕੀਤਾ ਬੈਂਕ ਨੇ ਲੈ ਲੈਣਾ। ਹਾਂ, ਜਿਹੜਾ ਤੁਸੀਂ ਨਵਾਂ ਘਰ ਲੈਣਾ, ਜੇ ਤੁਸੀਂ ਉਹਨੂੰ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਆ, ਤਾਂ ਉਹਦੇ ਤੋਂ ਰੈਂਟ ਦੀ ਅਪਰੇਜ਼ਲ ਕਰਾ ਕੇ ਜਿੰਨਾ ਰੈਂਟ ਆਊਗਾ ਉਹ 100% ਉਹ ਕੁਆਲੀਫਿਕੇਸ਼ਨ ਦੇ ਵਿੱਚ ਹੈਲਪ ਕਰਦਾ। ਤੇ ਇਹ ਕਈ ਲੋਕ ਕੀ ਕਰਦੇ ਆ, ਘਰ ਲੈ ਲੈਂਦੇ ਆ, ਘਰ ਲੈ ਕੇ ਸਾਲ 2 ਸਾਲ ਆਪ ਬੇਸਮੈਂਟ 'ਚ ਚਲੇ ਜਾਂਦੇ ਆ ਉਸ ਘਰ ਦੀ 'ਚ, ਤੇ ਜਿਹੜਾ ਘਰ ਦਾ ਵੱਡਾ ਹਿੱਸਾ ਆ ਉਹਨੂੰ ਉਹ ਰੈਂਟ ਤੇ ਦੇ ਦਿੰਦੇ ਆ। ਉਹ ਹੁਣ ਇਨਕਮ ਜ਼ਿਆਦਾ ਹੋਊਗੀ, ਉਹਦੇ ਨਾਲ ਕੁਆਲੀਫਾਈ ਕੀਤਾ ਜਾ ਸਕਦਾ? ਦੇਖੋ, ਇਹ ਅਗੇਨ ਡਿਪੈਂਡਸ ਔਨ ਦਾ ਪੋਲਿਸੀ ਆਫ ਦ ਬੈਂਕਸ। ਸਮ ਬੈਂਕਸ ਅਲਾਓ, ਸਮ ਬੈਂਕਸ ਡੋਂਟ। ਲਾਈਕ ਹੁਣ ਤੁਸੀਂ ਘਰ ਲਿਆ, ਤੁਸੀਂ ਰਹਿਣ ਦੇ ਲਈ ਰਿਹਾ, ਸੋ ਘਰ ਇੱਕ ਰਹਿਣ ਵਾਲੀ ਚੀਜ਼ ਹੈ, ਨਾ ਕਿ ਇੱਕ ਬਿਜ਼ਨਸ ਹੈ ਕਿ ਜਿਹੜਾ ਤੁਹਾਨੂੰ ਇਨਕਮ ਜਨਰੇਟ ਕਰੇ, ਠੀਕ ਹੈ। ਪਰ ਕੁਆਲੀਫਿਕੇਸ਼ਨ ਪਰਪਜ਼ ਦੇ ਲਈ ਇੱਕ ਅੱਧੀ ਬੈਂਕ ਹੈਗੀ ਹੈ ਜਿਹੜੀ ਕਿ ਤੁਸੀਂ ਬੇਸਮੈਂਟ 'ਚ ਰਹਿੰਦੇ ਹੋ ਜੀ, ਉੱਪਰਲਾ ਰੈਂਟ ਲੈ ਕੇ ਤੁਹਾਨੂੰ ਕੁਆਲੀਫਾਈ ਕਰ ਦਿੰਦੇ ਆ। ਇਟਸ ਨਾਟ ਲਾਈਕ ਦੈਟ, ਨੋ, ਬਟ ਮੈਜੋਰਿਟੀ ਆਫ ਦ ਬੈਂਕਸ ਨੋ, ਔਰ ਦ ਕ੍ਰੈਡਿਟ ਯੂਨੀਅਨਸ ਨੋ, ਬਿਕਾਜ਼ ਦੇਖੋ ਅਲਟੀਮੇਟਲੀ ਮੈਂ ਘਰ ਲੈ ਰਿਹਾ, ਜੇ ਮੈਂ ਉਹ ਘਰ ਦੇ ਵਿੱਚ ਰਿਹਾ ਹੀ ਨਹੀਂ ਤਾਂ ਫਿਰ ਸਿੰਪਲ ਫਿਲਾਸਫੀ ਆ, ਹੈ ਨਾ, ਅਤੇ ਫਿਰ ਉਹ ਫਾਇਦਾ ਕੀ ਆ ਉਹਦਾ। ਹਾਂ, ਬੇਸਮੈਂਟ ਹੈਗੀ ਥੱਲੇ, ਉਹਦਾ ਰੈਂਟ ਜ਼ਰੂਰ ਕੰਸੀਡਰ ਕਰਦੇ ਨੇ। ਮੈਜੋਰਿਟੀ ਆਫ ਦ ਬੈਂਕਸ ਦੇ ਡੋਂਟ ਕੰਸੀਡਰ ਕਿ ਜੀ ਤੁਸੀਂ ਬੇਸਮੈਂਟ 'ਚ ਚੱਲ ਜਾਓ ਅਤੇ ਉੱਪਰੋਂ ਰੈਂਟ 'ਤੇ ਦੇ ਦਿਓ। ਆਈ ਨੋ one or two ਬੈਂਕਸ ਆਈ ਨੋ ਉਹ ਕਰਦੀਆਂ ਹੈਗੀਆਂ ਨੇ, ਬਟ ਔਨ ਸਿਲੈਕਟਿਵ ਬੇਸਿਸ। ਜਿਹੜੀ ਮੰਨ ਲਓ ਜਿਹੜੀ ਵੱਡੀ ਮਾਰਕੀਟ ਆ ਇੱਧਰਲੀ ਵੈਨਕੂਵਰ ਸਾਈਡ ਦੀ ਜਾਂ ਟੋਰਾਂਟੋ ਦੀ, ਕਿੰਨੀ ਕੁ ਮਿਨੀਮਮ ਡਾਊਨ ਪੇਮੈਂਟ ਬੰਦੇ ਕੋਲ ਕਿੰਨੀ ਕੁ ਚਾਹੀਦੀ ਆ? ਮੰਨ ਲਓ $1 million ਦਾ ਘਰ ਆ ਇੱਥੇ ਜੇ ਮਿਲਦਾ, ਤੇ ਡਾਊਨ ਪੇਮੈਂਟ ਕਿੰਨੀ ਕੁ, ਘੱਟੋ ਘੱਟ ਕਿੰਨੇ ਕੁ ਪੈਸੇ ਨਾਲ ਸਰ ਸਕਦਾ? ਦੇਖੋ, ਜੇ ਤਾਂ ਤੁਸੀਂ CMHC ਦੀ ਮੌਰਗੇਜ ਕਰਨੀ ਆ, ਵਿਚ ਇਜ਼ ਇੰਸ਼ੋਰਡ ਮੌਰਗੇਜ, ਦੈਨ ਤੁਹਾਨੂੰ 10% ਮਿਨੀਮਮ ਪਾਉਣੀ ਪੈਣੀ ਆ, ਠੀਕ ਹੈ ਜੀ। ਪਰ ਉਹਦੇ 'ਤੇ ਤੁਹਾਨੂੰ ਇੰਸ਼ੋਰੈਂਸ ਪ੍ਰੀਮੀਅਮ ਦੇਣਾ ਪੈਂਦਾ, ਠੀਕ ਹੈ ਜੀ। ਬਟ if you don't want to go through the CMHC mortgage, then 20% is the minimum you need to put as the down payment. ਕਈ ਲੋਕਾਂ ਕੋਲ ਡਾਊਨ ਪੇਮੈਂਟ ਜ਼ਿਆਦਾ ਹੁੰਦੀ ਆ, ਇੰਡੀਆ ਤੋਂ ਕੋਈ ਪ੍ਰਾਪਰਟੀ ਵੇਚੀ ਜਾਂ ਪੈਸੇ ਲੈ ਆਉਂਦੇ ਜਾਂ ਹੋਰ ਕੁਝ ਕਰ ਲਿਆ, ਉਸ ਕੇਸ ਦੇ ਵਿੱਚ ਜੇ ਇਨਕਮ ਉਨੀ ਨਹੀਂ ਆ, ਡਾਊਨ ਪੇਮੈਂਟ ਜ਼ਿਆਦਾ ਦੇ ਦਿਓ, 20 ਦੀ ਜਗ੍ਹਾ 30 ਦੇ ਦਿਓ, ਫਿਰ ਉਹ ਇਨਕਮ ਨੂੰ ਜਿਹੜਾ ਕੁਆਲੀਫਿਕੇਸ਼ਨ ਵਾਲਾ ਕੰਮ ਵੀ ਮੌਰਗੇਜ ਸੌਖੀ ਮਿਲਦੀ ਇਹਦੇ ਨਾਲ ਕੋਈ? ਦੇਖੋ, ਅਲਟੀਮੇਟਲੀ ਤਾਂ ਜਿੰਨੀ ਮੌਰਗੇਜ ਨੂੰ ਤੁਹਾਡੀ ਇਨਕਮ ਦੇ ਨਾਲ ਹੀ ਕੁਆਲੀਫਾਈ ਕਰਨਾ, ਠੀਕ ਹੈ। ਤੁਸੀਂ ਕੁਆਲੀਫਾਈ ਕਰਦੇ ਹੋ 5 ਲੱਖ ਮੈਕਸੀਮਮ, ਤੁਸੀਂ ਘਰ ਲੈ $1 million ਤਾਂ 5 ਤੁਸੀਂ ਡਾਊਨ ਪਾਓਗੇ, ਸਿੰਪਲ, ਠੀਕ ਹੈ। ਹਾਂ, ਪਰ ਇਹ ਨਹੀਂ ਹੋ ਸਕਦਾ ਕਿ ਜੇ ਮੈਂ ਡਾਊਨ ਪਾਤਾ ਤਾਂ ਮੈਨੂੰ ਇਨਕਮ ਪੱਖ ਤੋਂ ਕੋਈ ਰਾਹਤ ਮਿਲ ਜੂਗੀ। ਹਾਂ, there are some institutions, there are some credit union, there are some banks which offer the equity product, ਠੀਕ ਹੈ। ਤੁਹਾਡੇ ਕੋਲ ਨਹੀਂ ਹੈਗਾ, ਤੁਸੀਂ ਡਾਊਨ ਜ਼ਿਆਦਾ ਪਾਉਣੇ, ਅਸੀਂ ਤੁਹਾਨੂੰ ਮੌਰਗੇਜ ਕਰ ਦਿੰਦੇ, ਬਟ ਦੈਟਸ ਰੇਟ ਇਜ਼ ਰੀਅਲੀ ਹਾਈ, ਨਾਟ ਦ ਲੋ ਰੇਟ। ਉਹਨਾਂ ਦਾ ਰੇਟ ਜ਼ਿਆਦਾ ਹੁੰਦਾ, ਬਟ ਉਹਦੀ ਡਾਊਨ ਪੇਮੈਂਟ ਜ਼ਿਆਦਾ ਪਾਉਣੀ ਪੈਂਦੀ ਆ, ਰੇਟ ਉਹਨੂੰ ਜ਼ਿਆਦਾ ਲੱਗਦਾ।
ਉਹਨੂੰ ਇਕੁਇਟੀ ਮੌਰਗੇਜ ਕਹਿੰਦੇ ਨੇ। ਪਰ ਉਹਦੇ ਵਿੱਚ ਤੁਹਾਡਾ ਕ੍ਰੈਡਿਟ ਸਕੋਰ ਐਕਸਲੈਂਟ ਹੋਣਾ ਚਾਹੀਦਾ। ਇਹ ਨਹੀਂ ਕਿ ਤੁਹਾਡੀ ਬਿਲਕੁਲ ਇਨਕਮ ਨਹੀਂ। ਨੋ, ਦੇਅਰ ਸ਼ੁੱਡ ਬੀ ਸਮ ਇਨਕਮ ਵਿਚ ਜਸਟੀਫਾਈ ਕਿ ਤੁਸੀਂ ਆਪਣੇ ਘਰ ਦੇ ਖਰਚੇ ਵੀ ਚਲਾ ਲਓਗੇ ਅਤੇ ਮੌਰਗੇਜ ਦੀ ਪੇਮੈਂਟ ਵੀ ਕਰ ਦੋਗੇ। ਇੱਕ ਦੱਸਿਓ ਜੀ, ਜਿਹੜਾ ਆਮ ਤੌਰ ਦੇ ਉੱਤੇ ਇੱਥੇ ਅਸੀਂ ਘਰ ਲੈਂਦੇ ਆ ਲੋਕ, ਉਹਦੇ ਵਿੱਚ ਜਿਹੜੀ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਤੁਹਾਡੀ ਹੈਲਪ ਕਰਦੀਆਂ ਕਿ ਤੁਹਾਨੂੰ ਸਸਤੀ ਮੌਰਗੇਜ ਮਿਲੇ, ਅਤੇ ਕਿਹੜੀ ਚੀਜ਼ ਆ ਜਿਹੜੀ ਹੈਲਪ ਕਰਦੀ ਆ ਵੀ ਤੁਹਾਨੂੰ ਮੌਰਗੇਜ ਮਿਲੇ? ਮੇਰਾ ਕਹਿਣ ਦਾ ਮਤਲਬ ਵੀ ਇੱਕ ਤਾਂ ਕੁਆਲੀਫਾਈ ਕਰੇ ਉਹਨੂੰ, ਜੇ 8 ਲੱਖ ਦੀ ਮੌਰਗੇਜ ਚਾਹੀਦੀ ਆ, ਕੀ ਕ੍ਰੈਡਿਟ ਸਕੋਰ ਕਿਸੇ ਦਾ 700-800 ਆ, ਉਹਨੂੰ ਸੌਖੀ ਮੌਰਗੇਜ ਮਿਲ ਜੂਗੀ, ਜਾਂ ਉਹ ਜਿਹਦਾ ਘੱਟ ਆ ਉਹਨੂੰ ਔਖੀ ਮਿਲੂਗੀ, ਜਾਂ ਉਹਨੂੰ ਮਹਿੰਗੀ ਮਿਲੂਗੀ? ਕੁਆਲੀਫਾਈ ਕਰਨਾ ਹੀ ਪੈਣਾ, ਇਹਦਾ ਕੀ ਹਿਸਾਬ ਹੁੰਦਾ ਜੀ? ਦੇਖੋ, ਫॉर ਬੋਥ ਸਿਨੈਰੀਓ ਕੁਆਲੀਫਾਈ ਤਾਂ ਤੁਹਾਡੀ ਇਨਕਮ ਬੇਸ 'ਤੇ ਹੋਣਾ ਹੀ ਆ, ਠੀਕ ਹੈ ਜੀ। ਜਿੱਥੋਂ ਤੱਕ ਹੈਗਾ ਤੁਹਾਡੇ ਰੇਟ ਆਫ ਇੰਟਰਸਟ ਲੱਗਣ ਦਾ, ਠੀਕ ਹੈ, ਉਹ ਫॉर श्योर ਜਿਨ੍ਹਾਂ ਦਾ ਕ੍ਰੈਡਿਟ ਬੜਾ ਅੱਛਾ, ਜਿਨ੍ਹਾਂ ਦੀ ਇਨਕਮ ਬੜੀ ਅੱਛੀ ਆ, ਰੀਪੇਮੈਂਟ ਹਿਸਟਰੀ ਬੜੀ ਅੱਛੀ ਆ, ਦੇ ਕੈਨ ਨੈਗੋਸ਼ੀਏਟ ਐਂਡ ਦੇ ਕੈਨ ਵਿਨ ਐਟ ਦ ਲੋ ਰੇਟ, ਉਹਨਾਂ ਨੂੰ ਘੱਟ ਰੇਟ ਮਿਲੇਗਾ। ਵਿਜ਼ਾਵਿਜ਼ ਜਿਨ੍ਹਾਂ ਦਾ ਕ੍ਰੈਡਿਟ ਸਕੋਰ ਨਹੀਂ ਚੰਗਾ, ਰੀਪੇਮੈਂਟ ਹਿਸਟਰੀ ਮਾੜੀ ਆ, ਉਹਨਾਂ ਨੂੰ ਰੇਟ ਆਫ ਇੰਟਰਸਟ ਜ਼ਿਆਦਾ ਲੱਗੇਗਾ। ਕੁਆਲੀਫਿਕੇਸ਼ਨ ਦੇ ਲਈ ਇਨਕਮ 100%, ਉਹ ਫॉर ਬੋਥ ਕੇਸਿਸ ਇਜ਼ ਦ ਸੇਮ। ਜਿਹੜਾ ਰੀਫਾਈਨੈਂਸ ਦਾ ਚੱਕਰ ਆ, ਕਈਆਂ ਦੇ ਰੇਟ ਮੰਨ ਲਓ 3, 4, 5 ਵੀ ਸੀਗਾ, ਕਦੇ ਮਿਲਿਆ ਸੀ ਉਹਨਾਂ ਨੂੰ, ਹੁਣ ਰੇਟ ਘਟ ਗਏ, ਇਹ ਕਿੰਨੇ ਚਿਰ ਬਾਅਦ ਬੰਦਾ ਦੁਬਾਰਾ ਰੀਫਾਈਨੈਂਸ ਕਰਵਾ ਸਕਦਾ? ਮੰਨ ਲਓ ਅੱਜ ਕਿਸੇ ਨੇ ਮੌਰਗੇਜ ਲੈ ਲਈ ਆ, ਹੁਣ ਉਹਦੇ ਤੋਂ ਬਾਅਦ ਰੇਟ ਘਟ ਗਏ, ਚਲੋ ਹੁਣ ਤਾਂ ਖੈਰ ਹੈ ਹੀ ਬਹੁਤ ਲੋ, ਮੰਨ ਲਓ ਘਟ ਜਾਂਦੇ ਆ, ਉਹ ਕਿੰਨੇ ਚਿਰ ਬਾਅਦ, ਮੰਨ ਲਓ ਲੱਗਦਾ ਵੀ ਮੈਂ ਇਸ ਬੈਂਕ 'ਚੋਂ ਲਈ ਸੀ, ਹੁਣ ਮੈਂ ਦੂਜੀ ਬੈਂਕ 'ਚ ਜਾਣਾ, ਉਹਦੀ ਕੋਈ ਮਿਨੀਮਮ ਟਰਮ ਹੁੰਦੀ ਹੈ, ਜਾਂ ਉਹ ਕਦੇ ਵੀ ਇਹਨੂੰ ਚੇਂਜ ਕਰ ਸਕਦਾ? ਦੇਖੋ, ਇਹ ਡਿਪੈਂਡ ਕਰਦਾ ਕਿ ਤੁਸੀਂ ਮੌਰਗੇਜ ਕਿਹੜੀ ਲਈ ਆ। ਹੁਣ ਜੇ ਤੁਸੀਂ ਫਿਕਸ ਮੌਰਗੇਜ ਲਈ ਆ, ਅੱਜ ਤੋਂ ਸਾਲ ਪਹਿਲਾਂ ਸਪੋਜ਼ ਮੈਂ ਫਿਕਸ ਮੌਰਗੇਜ ਲੈ ਲਈ 3 ਸਾਲ ਦੀ ਜੀ, ਅੱਜ ਤੋਂ ਸਾਲ ਪਹਿਲਾਂ, ਠੀਕ ਹੈ, ਹੁਣ ਰੇਟ ਘਟ ਗਏ, ਮੈਨੂੰ ਉਦੋਂ ਰੇਟ ਜ਼ਿਆਦਾ ਸੀ, ਮੈਂ ਅੱਜ ਚਾਹੁੰਦਾ ਵੀ ਮੇਰਾ ਰੇਟ ਘਟ ਜਾਵੇ। ਉਹਦੇ 2 ਤਰੀਕੇ ਨੇ। ਪਹਿਲਾਂ ਤਾਂ ਉਹ ਬੈਂਕ ਕੋਲੇ ਜਾਵੇ ਜਿਹਦੇ ਕੋਲ ਮੌਰਗੇਜ ਆਉਂਦੀ, ਉਹਨੂੰ ਕਹੇ ਵੀ ਮੈਨੂੰ ਤੁਸੀਂ ਜੀ ਰੇਟ ਮੇਰਾ ਘੱਟ ਕਿਵੇਂ ਹੋ ਸਕਦਾ। ਸੋ ਦੇਰ ਇਜ਼ ਏ ਆਪਸ਼ਨ ਕਾਲਡ ਬਲੈਂਡ, ਹੈ ਨਾ, ਰੇਟ ਬਲੈਂਡ, ਤਾਂ ਉਹ ਬਲੈਂਡ ਕਰਕੇ ਜਿੰਨਾ ਘੱਟ ਸਕਦਾ ਉਹ ਹੋ ਜਾਂਦਾ। ਦੂਜਾ ਹੁੰਦਾ ਐਕਸਟੈਂਡ ਬਲੈਂਡ, ਕਿ ਠੀਕ ਹੈ ਜੀ ਮੈਨੂੰ ਰੀਫਾਈਨਾਂਸ ਵੀ ਕਰ ਦਿਓ, ਮੈਨੂੰ $1,00,000 ਦੇ ਦਿਓ, ਠੀਕ ਹੈ, ਮੈਨੂੰ ਪੈਨਲਟੀ ਬਣਾ ਲੱਗੇ ਅਤੇ ਮੇਰਾ ਰੇਟ ਵੀ ਘੱਟ ਜਾਵੇ, ਉਹਨੂੰ ਐਕਸਟੈਂਡਡ ਬਲੈਂਡ ਕਹਿੰਦੇ ਨੇ, ਹੈ ਨਾ। ਉਹ ਫਿਰ ਕੈਲਕੂਲੇਟ ਕਰਕੇ ਤੁਹਾਨੂੰ ਰੇਟ ਘਟਾ ਦਿੰਦੇ। ਤੀਜਾ ਮੈਥਡ ਆ ਕਿ ਮੈਂ ਦੂਸਰੀ ਬੈਂਕ ਕੋਲ ਚਲਿਆ ਗਿਆ, ਉਹਨਾਂ ਨੇ ਅਪਰੂਵ ਕਰਤੀ, ਦੈਨ ਜਿਹੜੀ ਐਗਜ਼ਿਸਟਿੰਗ ਬੈਂਕ ਆ ਫਿਰ ਮੈਨੂੰ ਤੇ ਪੈਨਲਟੀ ਲਾਏਗੀ, ਕਿਉਂਕਿ ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਸੀ 3 ਸਾਲ ਦੀ ਮੌਰਗੇਜ ਦਾ ਕਲੋਜ਼ਡ, ਪਰ ਮੈਂ ਪਹਿਲਾਂ ਤੋੜ ਰਿਹਾ, ਉਹਨਾਂ ਨੂੰ ਪੇ ਕਰ ਰਿਹਾ, ਦੈਨ ਆਈ ਹੈਵ ਟੂ ਪੇ ਦ ਪੈਨਲਟੀ। ਹਾਂਜੀ। ਤੇ ਇੱਕ ਹੋਰ ਗੱਲ ਦੱਸਿਓ ਕਿ ਕਿੰਨੇ ਕੁ ਲੋਕ ਰੀਫਾਈਨੈਂਸ ਕਰਾਉਂਦੇ ਆ ਆਪਣੀ ਕਮਿਊਨਿਟੀ ਦੇ ਵਿੱਚ ਇੱਥੇ, ਜਾਂ ਉਹਦੀ ਕਿਹੜੀ ਫਾਰਮ ਹੁੰਦੀ ਆ? ਰੇਟ ਘਟਾਉਣ ਲਈ ਆਉਂਦੇ ਆ, ਵਿੱਚੋਂ ਪੈਸੇ ਜ਼ਿਆਦਾ ਕੱਢਣ ਵਾਲੇ ਲੋਕ ਜ਼ਿਆਦਾ ਹੁੰਦੇ ਆ, ਕਿਹੜੀ ਕੈਟਾਗਰੀ ਜ਼ਿਆਦਾ ਹੁੰਦੀ ਜੀ? ਦੇਖੋ, ਇਹ ਡਿਪੈਂਡ ਕਰਦਾ ਜੀ ਬੰਦੇ ਦੀ ਡਿਮਾਂਡ ਕੀ ਆ, ਉਹਦੀ ਰਾਈਟ ਨੋ ਨੀਡ ਕੀ ਆ। ਦੇਖੋ, ਹੈ ਨਾ, ਮੈਜੋਰਿਟੀ ਰੀਫਾਈਨਾਂਸਿਸ ਦੇ ਵਿੱਚ ਜਿਹੜੀ ਹੁੰਦੀ ਆ ਉਹ ਇਹ ਹੁੰਦੀ ਆ ਕਿ ਇਕੁਇਟੀ ਟੇਕ ਆਊਟ ਹੀ ਹੁੰਦੀ ਆ, ਕਿ ਬੰਦੇ ਨੂੰ ਪੈਸੇ ਚਾਹੀਦੇ ਹੁੰਦੇ ਨੇ ਕਿਤੇ ਇਨਵੈਸਟ ਕਰਨੇ ਜਾਂ ਕੁਛ ਵੀ, ਵਾਟ ਐਵਰ, ਰਾਈਟ। ਸੋ ਜ਼ਿਆਦਾ ਪਰਸੈਂਟੇਜ, ਠੀਕ ਹੈ। ਹਾਂ, ਰੇਟ ਘਟਾਉਣ ਦੇ ਲਈ ਤਾਂ ਫਿਰ ਉਹ ਬਲੈਂਡ ਕਰ ਸਕਦਾ, ਜੇ ਉਹਨੂੰ ਪੈਸੇ ਨਹੀਂ ਚਾਹੀਦੇ ਬਲੈਂਡ ਐਕਸਟੈਂਡ ਕਰ ਸਕਦਾ, ਰੇਟ ਵੀ ਘਟ ਜਾਂਦਾ, ਪੈਸੇ ਵੀ ਮਿਲ ਜਾਂਦੇ ਆ। ਸੋ ਰੀਫਾਈਨਾਂਸ ਤਾਂ ਬੰਦਾ ਉਦੋਂ ਹੀ ਕਰਦਾ ਨਾ ਜਦੋਂ ਉਹਨੂੰ ਹੋਰ ਪੈਸੇ ਚਾਹੀਦੇ ਨੇ। ਅਤੇ ਆਪਾਂ ਆਮ ਤੌਰ 'ਤੇ ਕਰਾਉਣੇ 25 ਸਾਲ ਲਈ, 30 ਸਾਲ ਲਈ, ਜਾਂ 15 ਸਾਲ ਲਈ ਇਹ ਜਿਹੜੀ ਹੁੰਦੀ ਆ, ਇਹ ਮੰਨ ਲਓ ਬੰਦਾ ਅੱਜ ਉਹਦੀ ਉਹ ਪੇਮੈਂਟ ਦੇ ਰਿਹਾ ਆ, ਅਤੇ ਉਹਨੂੰ ਇਹ ਹੋ ਸਕਦਾ ਵੀ ਹੁਣ ਉਹਦੇ ਮੰਨ ਲਓ 10 ਸਾਲ ਲੰਘ ਗਏ ਜਾਂ 7-8 ਸਾਲ ਲੰਘ ਗਏ, ਅੱਜ ਤੋਂ ਬਾਅਦ ਫਿਰ ਉਹ 25-30 ਸਾਲ ਲਈ ਕਰਵਾਉਣਾ ਚਾਹੁੰਦਾ ਵੀ ਮੇਰੀ ਹੁਣ ਤੋਂ ਕਰ ਦਿਓ, ਮੈਂ ਪੇਮੈਂਟ ਥੋੜ੍ਹੀ ਜਿਹੀ ਘਟਾਉਣਾ ਚਾਹੁੰਦਾ, ਮੇਰੇ ਕੋਲ ਹੈ ਨਹੀਂ ਪੈਸੇ, ਇੱਦਾਂ ਹੋ ਸਕਦਾ ਹੁੰਦਾ? ਦੇਖੋ, ਉਹ ਰੀਫਾਈਨਾਂਸ ਹੈ ਜੀ। ਹੁਣ ਇਹ ਡਿਪੈਂਡ ਕਰਦਾ ਪਹਿਲੀ ਟਰਮ ਕੀ ਸੀ। ਜੇ ਉਹਦੀ ਪਹਿਲੀ ਟਰਮ ਐਕਸਪਾਇਰ ਹੋ ਗਈ ਆ, ਠੀਕ ਹੈ ਜੀ, ਉਹਨੇ 5 ਸਾਲ ਦੀ ਮੌਰਗੇਜ ਲਈ, ਅੱਜ 5 ਸਾਲ ਹੋ ਗਏ, ਤਾਂ ਉਹਨੂੰ ਰੀਫਾਈਨਾਂਸ ਕਰ ਸਕਦਾ, ਰੀਫਾਈਨਾਂਸ ਕਰ ਸਕਦਾ ਅਤੇ ਨਵੇਂ ਸਿਰੇ ਤੋਂ ਚਾਲੂ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ, ਦੇਖੋ, ਘਰ ਹੈ ਕੋਈ, ਇਹ ਮੇਰਾ ਵਿਊ ਹੈ, ਠੀਕ ਹੈ ਨਾ। ਤੁਸੀਂ ਅੱਜ ਮੌਰਗੇਜ ਲਈ, ਅੱਜ ਤੋਂ 5 ਸਾਲ ਪਹਿਲਾਂ 30 ਸਾਲ ਦੀ ਅਮਾਊਂਟਾਈਜੇਸ਼ਨ, 30 ਸਾਲ ਦੀਆਂ ਕਿਸ਼ਤਾਂ ਬਣਾ ਕੇ ਤੁਸੀਂ ਆਪਣੀ ਮੌਰਗੇਜ ਲੈ ਲਈ, ਹੁਣ ਅੱਜ 5 ਸਾਲ ਹੋ ਗਏ, ਹੁਣ ਤੁਸੀਂ ਚਾਹੁੰਦੇ ਵੀ ਦੁਬਾਰਾ ਫਿਰ 30 ਸਾਲ 'ਤੇ ਅਮਾਊਂਟਾਈਜੇਸ਼ਨ ਕਰ ਦਿਓ, ਉਹਦੇ ਨੁਕਸਾਨ ਤਾਂ ਉਹਦਾ ਹੀ ਹੋਣਾ। ਕਿਉਂਕਿ ਜਦੋਂ ਸ਼ੁਰੂ ਦੇ ਵਿੱਚ ਵਿਆਜ ਜ਼ਿਆਦਾ ਜਾਂਦਾ, ਮੂਲ ਘੱਟ ਜਾਂਦਾ, ਪ੍ਰਿੰਸੀਪਲ ਘੱਟ ਜਾਂਦਾ, ਇੰਟਰਸਟ ਜ਼ਿਆਦਾ ਜਾਂਦਾ, ਠੀਕ ਹੈ। ਪਰ ਜਿਉਂ-ਜਿਉਂ ਟਾਈਮ ਲੰਘੀ ਜਾਂਦਾ, ਪ੍ਰਿੰਸੀਪਲ ਵਧੀ ਜਾਂਦਾ, ਇੰਟਰਸਟ ਘਟੀ ਜਾਂਦਾ। ਸੋ ਹੁਣ ਇਸ 5 ਸਾਲ ਬਾਅਦ ਤੁਹਾਡੇ ਘਰ ਦੇ ਵਿੱਚ ਉਹ ਤੁਹਾਡਾ ਪੈਸਾ ਇੱਕ ਜੁੜ ਰਿਹਾ, ਜਿੰਨਾ ਵੀ ਤੁਹਾਡਾ ਮੂਲ ਵੱਧਦਾ, ਉਹ ਅਲਟੀਮੇਟਲੀ ਤਾਂ ਤੁਹਾਡਾ ਹੀ ਪੈਸਾ ਨਾ, ਉਹ ਇਕੁਇਟੀ ਦੇ ਵਿੱਚ ਜਾ ਰਿਹਾ, ਇੰਟਰਸਟ ਹੀ ਤੁਸੀਂ ਬੈਂਕ ਨੂੰ ਦਿੰਦੇ ਹੋ ਨਾ। ਸੋ ਜੇ ਹੁਣ ਮੈਂ ਅੱਜ ਫੇਰ 30 ਸਾਲ ਦੀ ਬਣਾ ਲੈਣਾ,
ਤਾਂ ਮੈਂ ਤਾਂ ਫਿਰ ਉੱਥੇ ਫਿਰ ਚਲਿਆ ਗਿਆ, ਫਿਰ ਮੇਰਾ ਮੂਲ ਤਾਂ ਉਤਰਿਆ ਹੀ ਨਾ ਕੁਛ। ਬਟ ਇਟ ਡਿਪੈਂਡਸ ਲਾਈਕ ਬੰਦੇ ਤੋਂ ਬੰਦੇ ਦੀ ਥਿੰਕਿੰਗ, ਹਾਊ ਦੇ ਥਿੰਕ ਦਿਸ ਥਿੰਗ। ਤੇ ਜੇ ਇਹਦੇ ਤੋਂ ਉਲਟਾ ਕੇਸ ਹੋਵੇ, ਮੈਂ 30 ਸਾਲ ਦੀ ਕਰਵਾ ਲਈ, 3 ਸਾਲ ਦੀ ਮੇਰੀ ਫਿਕਸ ਸੀਗੀ, ਹਾਂਜੀ। ਤੇ ਹੁਣ ਮੈਨੂੰ ਲੱਗਦਾ 3 ਸਾਲਾਂ ਬਾਅਦ ਵੀ ਮੇਰੇ ਕੋਲ ਇਨਕਮ ਬਹੁਤ ਜ਼ਿਆਦਾ ਹੋ ਗਈ, ਮੈਂ 15 ਸਾਲਾਂ 'ਚ ਲਾ ਦੇਵੇ, ਫਿਰ 15 ਸਾਲ ਲਈ ਹੋ ਸਕਦੀ ਹੁੰਦੀ ਹੈ? ਹਾਂ, ਜੋ 3 ਸਾਲ ਤੋਂ ਬਾਅਦ ਤੁਸੀਂ ਰੀਫਾਈਨਾਂਸ ਕਰ ਲਓ, ਉਹਨੂੰ ਕਹੋ ਜੀ ਮੇਰਾ ਅਮਾਊਂਟਾਈਜੇਸ਼ਨ ਘਟਾ ਦਿਓ, ਬੈਂਕ ਨੂੰ ਕਹਿ ਦਿਓ ਮੇਰਾ ਅਮਾਊਂਟਾਈਜੇਸ਼ਨ ਘਟਾ ਕੇ ਮੈਨੂੰ ਰੀਫਾਈਨਾਂਸ ਕਰ ਦਿਓ ਜੀ, ਬੈਂਕ ਵਿਲ ਡੂ ਡੈਟ। ਮੇਰਾ 25 ਸਾਲ ਦਾ ਕਰ ਦਿਓ, ਬੈਂਕ ਵਿਲ ਡੂ ਡੈਟ। ਤੇ ਇੱਕ ਜਿਹੜਾ ਕ੍ਰੈਡਿਟ ਸਕੋਰ ਆ, ਕਈ ਵਾਰੀ ਤਾਂ ਹੁੰਦਾ ਕਿ ਬੰਦੇ ਨੇ ਜਿਹੜੀਆਂ ਬੈਂਕ ਦੀ ਪੇਮੈਂਟ ਕੋਈ ਨਹੀਂ ਉਹਦੀ ਰੁਕੀ, ਕੋਈ ਉਹਨੇ ਕਦੇ ਸਾਰੀਆਂ ਟਾਈਮ 'ਤੇ ਜਾਂਦੀਆਂ, ਕ੍ਰੈਡਿਟ ਸਕੋਰ ਫਿਰ ਮਾੜਾ ਹੋ ਜਾਂਦਾ। ਇਹਦੇ ਤੋਂ ਬਿਨਾਂ ਵੀ ਹੋ ਸਕਦਾ ਵੀ ਜੇ ਕਿਤੇ ਕ੍ਰੈਡਿਟ ਕਾਰਡ ਦੀ ਪੇਮੈਂਟ ਇੱਧਰ ਉੱਧਰ ਹੋ ਗਈ, ਜਾਂ ਵੈਸੇ ਹੀ ਉਹਨੇ ਦਿੱਤੀ ਨਹੀਂ ਜਾਂ ਲੇਟ ਦਿੱਤੀ ਹੈ। ਜਿਹੜਾ ਕ੍ਰੈਡਿਟ ਸਕੋਰ ਹੈ ਨਾ ਜੀ, ਉਹਦੇ ਵਿੱਚ ਉਹ ਤੁਹਾਡਾ ਓਵਰਆਲ ਬਿਹੇਵੀਅਰ ਟੂਵਰਡਸ ਹਾਊ ਯੂ ਮੈਨੇਜ ਯੂਰ ਡੇ ਟੂ ਡੇ ਐਕਸਪੈਂਸਿਸ, ਹਾਊ ਯੂ ਮੈਨੇਜ ਯੂਰ ਡੇ ਟੂ ਡੇ ਫਾਈਨਾਂਸਿਸ, ਉਹਨੂੰ ਰਿਫਲੈਕਟ ਕਰਦਾ। ਮੌਰਗੇਜ ਦੀ ਪੇਮੈਂਟ, ਕ੍ਰੈਡਿਟ ਕਾਰਡ ਦੀ ਪੇਮੈਂਟ, ਲਾਈਨ ਆਫ ਕ੍ਰੈਡਿਟ ਦੀ ਪੇਮੈਂਟ, ਤੁਹਾਡਾ ਕ੍ਰੈਡਿਟ ਖੜਾ ਕਿੰਨਾ, ਯੂਟੀਲਾਈਜੇਸ਼ਨ ਆਫ ਕ੍ਰੈਡਿਟ। ਹੁਣ ਇੱਕ ਐਗਜ਼ਾਮਪਲ ਲੈ ਲਓ ਕਿ ਪਰਸਨ ਏ ਆ, ਉਹਦੀ ਇੱਕ ਮੌਰਗੇਜ ਹੈ, 2 ਉਹਦੇ ਕ੍ਰੈਡਿਟ ਕਾਰਡ ਨੇ, ਉਹ ਮੌਰਗੇਜ ਦੀ ਪੇਮੈਂਟ ਟਾਈਮਲੀ ਕਰ ਰਿਹਾ, ਕ੍ਰੈਡਿਟ ਕਾਰਡ ਦੀ ਪੇਮੈਂਟ ਟਾਈਮਲੀ ਕਰ ਰਿਹਾ, ਉਹਦਾ ਕ੍ਰੈਡਿਟ ਸਕੋਰ ਵਿਜ਼ਾ ਵਿਜ਼ ਇੱਕ ਉਹ ਬੰਦਾ ਜਿਹਦੀ ਲਾਈਨ ਆਫ ਕ੍ਰੈਡਿਟ ਹੈ, ਸਿਰਫ ਉਹ ਲਾਈਨ ਆਫ ਕ੍ਰੈਡਿਟ ਦਾ ਇੰਟਰਸਟ ਹੀ ਕਰ ਰਿਹਾ ਪੇ, ਹੋਰ ਕੁਛ ਨਹੀਂ ਕਰ ਰਿਹਾ, ਪਲੱਸ ਉਹਦੀ ਮੌਰਗੇਜ ਆ, ਪਲੱਸ ਉਹਦੀ ਕ੍ਰੈਡਿਟ ਕਾਰਡ ਆ, ਉਹਨਾਂ ਦੀ ਪੇਮੈਂਟ ਕਰ ਰਿਹਾ, ਉਹਦਾ ਕ੍ਰੈਡਿਟ ਕਾਰਡ ਜਿਹੜਾ ਕ੍ਰੈਡਿਟ ਸਕੋਰ ਆ ਉਹ ਥੋੜ੍ਹਾ ਘੱਟ ਹੋਏਗਾ ਵਿਜ਼ਾ ਵਿਜ਼ ਪਰਸਨ ਏ ਦਾ, ਜਿਹਦੀ ਮੌਰਗੇਜ, ਅਤੇ ਕਿਉਂਕਿ ਉਹਦੀ ਪੇਮੈਂਟਸ ਉਹਦੀ ਟਰਮ ਦੀ ਹੈ, ਜਿਹੜੀ ਸਰਵਿਸਿੰਗ ਐਗਰੀਮੈਂਟ ਆ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਨਾਲ ਵੀ ਕਿਵੇਂ ਤੂੰ ਸਰਵ ਕਰਨੀ ਆ ਆਪਦੀ ਡੈਟ ਨੂੰ, ਉਹਦਾ ਕ੍ਰੈਡਿਟ ਸਕੋਰ ਜ਼ਿਆਦਾ ਹੋਏਗਾ। ਸੋ ਇਹ ਹੁਣ ਅੱਛਾ, ਹੁਣ ਆਪਣੇ ਕ੍ਰੈਡਿਟ ਸਕੋਰ 'ਤੇ ਕੀ ਹੈ ਜੀ, ਤੁਸੀਂ ਸਪੋਜ਼ ਕੋਈ ਟੈਲੀਫੋਨ ਲਿਆ, ਬੈਲ ਮੋਬਿਲਿਟੀ ਜਾਂ ਟੈਲਸ ਜਾਂ ਰੋਜਰ ਵਟਐਵਰ, ਰਾਈਟ, ਫਾਈਡੋ, ਉਹ ਵੀ ਉਹਦੇ 'ਤੇ ਬਿਹੇਵੀਅਰ ਆਉਂਦਾ। ਤੁਸੀਂ ਕਿਸੇ ਦੀ ਪੇਮੈਂਟ ਨਹੀਂ ਕੀਤੀ, ਤੁਸੀਂ ਜਿਮ ਦੀ ਸਕਾਲਰਸ਼ਿਪ ਲੈ ਲਈ, ਅਗਲੇ ਨੇ ਕਲੈਕਸ਼ਨ ਪਾਤੀ, ਤੁਸੀਂ ਨਹੀਂ ਪੇ ਕੀਤਾ, ਉਹ ਵੀ ਉਹਦੇ 'ਤੇ ਰਿਫਲੈਕਟ ਕਰਦਾ, ਭਾਵੇਂ ਕੋਈ $20 ਵੀ ਹੋਣ, ਠੀਕ ਹੈ ਜੀ। ਪਲੱਸ ਕੋਈ ਕੋਰਟ ਕੇਸ ਹੋ ਗਿਆ, ਉਹ ਵੀ ਉਹਦੇ 'ਤੇ ਰਿਫਲੈਕਟ ਕਰਦਾ। ਸੋ ਇਟਸ ਨਾਟ ਰਿਲੇਟਡ ਓਨਲੀ ਟੂ ਦ ਮੌਰਗੇਜ ਐਂਡ ਦ ਕ੍ਰੈਡਿਟ ਕਾਰਡ। ਹਾਂ, ਮੈਜੋਰਿਟੀ plays the role, but it's overall behavior, how you react in a situation, how you handle your expenses, how you manage your expenses, how you manage your finances. So ਇਹ all together ਸਾਰੀਆਂ ਚੀਜ਼ਾਂ ਦਾ ਉਹ ਕਰਦਾ। ਜਿਹੜੀ ਮੌਰਗੇਜ ਤੋਂ ਪਹਿਲਾਂ ਇਨਕਮ ਦੇਖਦੀ ਆ ਬੈਂਕ ਜਾਂ ਕ੍ਰੈਡਿਟ ਯੂਨੀਅਨ, ਉਹ ਕਿੰਨੇ ਕੁ ਚਿਰ ਦੀ ਪੁਰਾਣੀ ਦੇਖਣੀ ਹੁੰਦੀ ਆ? ਮਤਲਬ 3 ਕੁ ਮਹੀਨਿਆਂ ਦੀ ਇਨਕਮ ਉਹਦੀ ਠੀਕ ਠਾਕ ਆ, ਪਹਿਲਾਂ ਉਹਦੀ ਹੈ ਨਹੀਂ ਸੀ, ਉਹ ਸੈਲਫ ਇੰਪਲੋਇਡ ਸੀ ਜਾਂ ਟੈਕਸੀ ਚਲਾਉਂਦਾ ਸੀ, ਇਹਦੇ ਨਾਲ ਸਰ ਜਾਂਦਾ? ਨਹੀਂ ਜੀ, ਦੇਖੋ ਸਟੇਬਿਲਿਟੀ ਆਫ ਇਨਕਮ, ਇਹ ਮੈਜੋਰਿਟੀ ਫੈਕਟਰ ਪਲੇ ਕਰਦੀ ਹੈ, ਸਟੇਬਿਲਿਟੀ ਆਫ ਦਾ ਇਨਕਮ ਇਨ ਏ ਮੌਰਗੇਜ ਐਪਲੀਕੇਸ਼ਨ, ਠੀਕ ਹੈ। ਹੁਣ ਇੱਕ ਬੰਦਾ ਅੱਜ 2 ਸਾਲ ਪਹਿਲਾਂ ਟੈਕਸੀ ਚਲਾਉਂਦਾ ਸੀ, ਠੀਕ ਹੈ ਜੀ, ਹੁਣ ਉਹ 3 ਮਹੀਨੇ ਪਹਿਲਾਂ ਜੌਬ ਕਰਨ ਲੱਗ ਗਿਆ, ਠੀਕ ਹੈ। ਹੁਣ ਤੁਸੀਂ ਦੂਜੇ ਪਾਸੇ ਇੱਕ ਬੰਦਾ 3 ਸਾਲ ਦਾ ਹੀ ਜੌਬ ਕਰ ਰਿਹਾ, ਬੈਂਕ ਵਿਲ ਗਿਵ ਦਾ ਪ੍ਰੈਫਰੈਂਸ ਟੂ ਦਿਸ ਪਰਸਨ ਬਿਕਾਜ਼ ਹੀ ਹੈਜ਼ ਦਾ ਸਟੇਬਿਲਿਟੀ ਆਫ ਇਨਕਮ। ਫਿਰ ਉੱਥੇ ਚੀਜ਼ ਆ ਜਾਣੀ ਆ ਕਿ ਫਿਰ ਉਹਦਾ ਰੇਟ ਆਫ ਇੰਟਰਸਟ, ਫਿਰ ਹੁਣ ਉਹ ਜਿਹੜਾ ਬੰਦਾ ਪਹਿਲਾਂ ਸੈਲਫ ਇੰਪਲੋਇਡ ਸੀ, ਟੈਕਸੀ ਦੀ ਤਾਂ ਆਪਾਂ ਇੱਕ ਐਗਜ਼ਾਮਪਲ ਲੈ ਲਈ, ਸੈਲਫ ਇੰਪਲੋਇਡ ਸੀ, ਠੀਕ ਆ, ਫਿਰ ਉਹਦੀ 2 ਸਾਲ ਦੀ ਐਵਰੇਜ ਲੈਣੀ ਪੈਣੀ ਆ। ਕੋਈ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਉਹਦੀ 2 ਸਾਲ ਦੀ ਐਵਰੇਜ ਲੈਂਦੀ ਆ ਤਾਂ ਕਿ ਉਹਦੀ ਸਟੇਬਿਲਿਟੀ ਆਫ ਇਨਕਮ ਨੂੰ ਦੇਖਿਆ ਜਾਵੇ। 2 ਸਾਲ ਪਹਿਲੀ ਇਨਕਮ ਦੇਖੀ ਜਾਂਦੀ 100% ਦੇਖੀ ਜਾਂਦੀ ਹੈ ਜੀ, ਜੇ ਸੈਲਫ ਇੰਪਲੋਇਡ ਪਰਸਨ ਹੈ, ਠੀਕ ਹੈ ਜੀ। ਹੁਣ ਹੁਣ ਜੇ ਦੂਜੇ ਪਾਸੇ ਇਟ ਡਿਪੈਂਡਸ, ਲਾਈਕ ਹਰੇਕ ਫਾਈਲ ਇੱਕ ਡਿਫਰੈਂਟ ਐਂਗਲ ਤੋਂ ਦੇਖਦੇ ਆ, ਹੈ ਨਾ। ਹੁਣ ਜੇ ਇਹੀ ਐਗਜ਼ਾਮਪਲ ਲੈ ਲਓ ਕਿ 2 ਸਾਲ ਪਹਿਲਾਂ ਬੱਚਾ ਪੜ੍ਹਦਾ ਸੀ, ਉਹ ਲਾਇਰ ਬਣ ਗਿਆ, ਉਹ ਵਕੀਲ ਬਣ ਗਿਆ, ਅੱਜ ਉਹ 100,000 ਕਮਾ ਰਿਹਾ, ਤਾਂ ਵਾਈ ਨਾਟ, ਪ੍ਰੋਫੈਸ਼ਨਲ ਇੱਕ ਅੱਛਾ ਪ੍ਰੋਫੈਸ਼ਨ ਹੈ ਤਾਂ ਅਸੀਂ ਉਹ 100,000 ਲਵਾਂਗੇ ਉਹਦੀ ਇਨਕਮ। ਅਸੀਂ ਪਿਛਲੇ 2 ਸਾਲ ਨਹੀਂ ਦੇਖਾਂਗੇ, ਕਿਉਂਕਿ ਉਹਦਾ ਅਲਟੀਮੇਟਲੀ ਇਹੀ ਆ ਕਿ ਉਹਦਾ ਫਿਊਚਰ ਕੀ ਆ, ਉਹਦੀ ਸਟੇਬਿਲਿਟੀ ਕਿੰਨੀ ਕੁ ਆ, ਕਿ ਉਹਦੀ ਇਨਕਮ ਆਈ ਜਾਊਗੀ। ਕਿਉਂਕਿ ਜੇ ਅੱਜ ਬੈਂਕ ਕੋਈ ਵੀ ਮੌਰਗੇਜ ਦੇ ਰਿਹਾ ਜਾਂ ਕ੍ਰੈਡਿਟ ਯੂਨੀਅਨ ਦੇ ਰਹੀ ਆ, ਉਹ 25 ਜਾਂ 30 ਸਾਲ ਦੀ ਦੇ ਰਹੀ ਆ। ਸੋ ਉਹਨੇ ਲੰਮੇ ਸਮੇਂ ਲਈ ਦੇਖਣਾ ਵੀ ਆਹ ਇਨਕਮ ਇਹਦੀ ਇੰਨੇ ਸਮੇਂ ਲਈ ਤਾਂ ਚੱਲੂਗੀ ਤਾਂ ਹੀ ਉਹ ਮੌਰਗੇਜ ਦੀ ਪੇਮੈਂਟ ਕਰੂਗਾ, ਰਾਈਟ ਜੀ। ਯੈਸ। ਆਖਰੀ ਕੋਈ ਸਾਡੀ ਕਮਿਊਨਿਟੀ ਲਈ ਸੁਨੇਹਾ, ਤੁਸੀਂ ਸੀਨੀਅਰ ਕਮਿਊਨਿਟੀ ਮੈਨੇਜਰ ਹੋ ਖਾਲਸਾ ਕ੍ਰੈਡਿਟ ਯੂਨੀਅਨ, ਤੇ ਸਾਡੇ ਦਰਸ਼ਕਾਂ ਲਈ, ਕਮਿਊਨਿਟੀ ਲਈ ਕੋਈ ਸੁਨੇਹਾ ਜੀ? ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਕਿ ਕੋਵਿਡ ਦਾ ਸਿਨੈਰੀਓ ਚੱਲਦਾ, ਸੋ ਫੋਲੋ ਦਾ ਗਾਈਡਲਾਈਨਸ, ਪ੍ਰੋਟੋਕੋਲ, ਬੀ ਸੇਫ, ਸਟੇ ਐਟ ਹੋਮ, ਠੀਕ ਹੈ। ਜੋ ਵੀ ਗੌਰਮੈਂਟਸ ਦੀ ਹਦਾਇਤਾਂ ਹੈਗੀਆਂ ਉਹਨਾਂ ਦੀ ਪਾਲਣ ਕਰੋ ਅਤੇ ਆਪਣੇ ਆਪ ਨੂੰ ਸੇਫ ਰੱਖੋ। ਦੂਸਰਾ,
ਕਿ ਜੋ ਵੀ ਫਾਈਨਾਂਸਿਸ ਹੈਗੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਰੱਖੋ, ਪ੍ਰੋਪਰ ਬਜਟਿੰਗ ਕਰੋ ਤੇ ਚਾਦਰ ਦੇਖ ਕੇ ਪੈਰ ਪਸਾਰੋ। ਸਭ ਤੋਂ ਜ਼ਰੂਰੀ ਕੰਮ। ਤੇ ਬਹੁਤ ਹੀ ਅੱਛੀ ਜਗ੍ਹਾ ਤੇ ਪ੍ਰਮਾਤਮਾ ਨੇ ਬਿਠਾਇਆ ਆਪਾਂ ਨੂੰ ਕੈਨੇਡਾ। ਲੈਟਸ ਇੰਜੋਏ। ਥੋੜ੍ਹਾ ਜਿਹਾ ਨੇਚਰ ਪ੍ਰਤੀ ਵੀ ਆਪਣੇ ਆਪ ਦੀ ਜੋ ਵੀ ਆਪਣੀ ਕੰਟਰੀਬਿਊਸ਼ਨ ਆਪਣਾ ਕਰ ਸਕਦੇ ਹਾਂ ਮਦਰ ਨੇਚਰ ਪ੍ਰਤੀ, ਉਹਦੇ ਵੱਲ ਜ਼ਰੂਰ ਕਰੀਏ। ਥੈਂਕ ਯੂ ਜੀ, ਥੈਂਕ ਯੂ। ਦੋਸਤੋ ਸਰਦਾਰ ਕੁਲਦੀਪ ਸਿੰਘ ਸਿੱਧੂ, ਸੀਨੀਅਰ ਕਮਿਊਨਿਟੀ ਮੈਨੇਜਰ ਖਾਲਸਾ ਕ੍ਰੈਡਿਟ ਯੂਨੀਅਨ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਬਹੁਤ ਕੰਮ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਨੁਕਤੇ ਦੱਸੇ ਆ। ਤੁਸੀਂ ਇਹਨਾਂ ਨਾਲ ਕਿਸੇ ਵੇਲੇ ਵੀ ਖਾਲਸਾ ਕ੍ਰੈਡਿਟ ਯੂਨੀਅਨ ਜਿਹੜੀ ਸਕਾਟ ਰੋਡ ਵਾਲੀ ਬ੍ਰਾਂਚ ਆ ਉੱਥੇ ਆ ਕੇ ਕੋਈ ਵੀ ਸਲਾਹ ਲੈ ਸਕਦੇ ਹੋ। ਤੁਹਾਡਾ ਰੀਫਾਈਨੈਂਸ ਹੋਣਾ ਜਾਂ ਨਹੀਂ ਹੋਣਾ, ਤੁਸੀਂ ਕਰਵਾਉਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ, ਮੌਰਗੇਜ ਮਿਲ ਸਕਦੀ ਜਾਂ ਨਹੀਂ ਮਿਲ ਸਕਦੀ, ਇਹਨਾਂ ਨਾਲ ਕਿਸੇ ਵੇਲੇ ਵੀ ਅਪਾਇੰਟਮੈਂਟ ਲੈ ਕੇ ਤੁਸੀਂ ਆਪਣਾ ਸਿਨੈਰੀਓ ਡਿਸਕਸ ਜ਼ਰੂਰ ਕਰ ਸਕਦੇ ਹੋ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।